ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇੱਕ ਸਾਧ ਸੰਗਤ ਅਤੇ ਦੂਸਰਾ ਨਾਮ, ਇਹ ਦੋ ਚੀਜ਼ਾਂ ਐਸੀਆਂ ਹਨ ਜੋ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ ਹਨ। ਬੇਭਾਗੇ ਬੰਦੇ ਨੂੰ ਇਹ ਪ੍ਰਾਪਤ ਨਹੀਂ ਹੁੰਦੀਆਂ। ਸਾਧੂ ਜਨ ਲੋਚਦੇ ਹਨ ਕਿ ਸੰਗਤ ਦੂਰ ਤੱਕ ਜਾਵੇ, ਪ੍ਰਚਾਰ ਹੋਵੇ, ਇਹਨਾਂ ਕਲਯੁਗੀ ਜੀਵਾਂ ਦਾ ਭਲਾ ਹੋਵੇ। ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਦਰਗਾਹ ਵਿੱਚੋਂ ਕਿ ਜਾਓ ਜਾ ਕੇ ਸੰਸਾਰ ਦੁਖੀ ਹੈ, ਦੁੱਖਾਂ ਦਾ ਕਾਰਨ ਹੈ, ਸਤਸੰਗ ਨਾ ਕਰਨਾ। ਦੁੱਖ ਦੂਰ ਹੁੰਦੇ ਨੇ ਪ੍ਰਭੂ ਦਾ ਨਾਮ ਜਪ ਕੇ, ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ, ਜਿਸਨੂੰ ਨਾਮ ਭੁੱਲ ਜਾਵੇ ਕਰੋੜਾਂ ਬਿਗਨ ਆ ਕੇ ਲੱਗ ਜਾਂਦੇ ਨੇ। ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਲੰਕਾ ਤੇ ਰਾਵਣ ਨੂੰ ਜਿੱਤਣ ਤੋਂ ਆਪਣੀ ਰਾਜਧਾਨੀ 'ਚ ਵਾਪਸ ਆਏ ਹਨ, ਉਸ ਵੇਲੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਕਿਉਂਕਿ ਇੱਕ ਪੜੋਸੀ ਰਾਜਾ ਜਿਸ ਦਾ ਡਰ ਹਰ ਵਕਤ ਬਣਿਆ ਰਹਿੰਦਾ ਸੀ, ਉਸ ਨੂੰ ਫਤਿਹ ਕਰਕੇ ਵਾਪਸ ਆਏ ਸਨ। ਸਾਡੇ ਇਤਿਹਾਸ ਅੰਦਰ ਵੀ ਇਹ ਦਿਨ ਦੋਹਰੀ ਵਿਸ਼ੇਸ਼ਤਾ ਰੱਖਦਾ ਹੈ ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚ ਹਿੰਦੁਸਤਾਨ ਦੇ 52 ਰਾਜੇ ਕੈਦ ਸਨ, ਜਿਨ੍ਹਾਂ ਦੇ ਛੁੱਟਣ ਦੀ ਕੋਈ ਉਮੀਦ ਹੀ ਨਹੀਂ ਸੀ। ਬਹੁਤ ਜ਼ੁਲਮ ਹੋ ਰਿਹਾ ਸੀ ਉਹਨਾਂ ਉੱਤੇ, ਹਰ ਵੇਲੇ ਹਾਏ ਹਾਏ ਕਰਦੇ ਸਨ, ਪਰ ਉਹਨਾਂ ਦੀ ਪੁਕਾਰ ਨਹੀਂ ਸੀ ਕੋਈ ਸੁਣਦਾ। ਇੱਕ ਵਾਰ ਜਿਸ ਨੂੰ ਵੀ ਮੁਗਲ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ, ਮੁੜ ਕੇ ਕਦੀ ਉਹ ਬਾਹਰ ਨਹੀਂ ਸੀ ਆ ਸਕਦਾ, ਚਾਹੇ ਅੰਦਰ ਹੀ ਮਰ ਜਾਂਦਾ ਸੀ। ਪਰ ਸਤਿਗੁਰੂ ਨੇ ਇਹਨਾਂ ਰਾਜਿਆਂ ਦੀ ਪੁਕਾਰ ਸੁਣੀ ਅਤੇ ਜਿੱਥੇ ਰੋਂਦੇ ਕੁਰਲਾਉਂਦੇ ਰਾਜਿਆਂ ਦੀਆਂ ਹਾਕਾਂ ਦੀਆਂ ਆਵਾਜ਼ਾਂ ਹੁੰਦੀਆਂ ਸਨ, ਉੱਥੇ ਹੁਣ ਆਨੰਦਮਈ ਕੀਰਤਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਹੁਣ ਉਹ ਨਰਕਾਂ ਤੋਂ ਭੈੜਾ ਆਸਾਨ ਸਵਰਗਾਂ ਦੀ ਨਿਆਈ ਹੋ ਗਿਆ। ਪਰ ਕੀ ਕਾਰਨ ਸੀ ਸਤਿਗੁਰੂ ਨੂੰ ਜੇਲ੍ਹ ਅੰਦਰ ਬੰਦ ਕਰਨ ਦਾ ਅਤੇ ਜੇਲ੍ਹ ਵਿੱਚ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਵੀ ਕੀ ਕਾਰਨ ਬਣਿਆ? ਜੇਲ੍ਹ ਦੇ ਅੰਦਰ ਦਾ ਮਾਹੌਲ ਕਿਵੇਂ ਬਦਲ ਗਿਆ? ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੇਮਿਸਾਲ ਅਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ। ਸਤਿਗੁਰਾਂ ਦੀ ਅਵਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਜਿਨ੍ਹਾਂ ਵਿੱਚੋਂ ਇੱਕ ਮੀਰੀ ਦੀ ਪ੍ਰਤੀਕ ਹੈ ਅਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ, ਗੁਰੂ ਘਰ ਵਿੱਚ ਇਹ ਦੋਵੇਂ ਸ਼ਕਤੀਆਂ ਸੰਤ ਅਤੇ ਸਿਪਾਹੀ ਭਾਵ ਪੀਰੀ ਅਤੇ ਮੀਰੀ ਇਕੱਠੇ ਕੰਮ ਕਰਨਗੇ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਅਤੇ ਚੰਗਾ ਸਿਪਾਹੀ ਹੀ ਚੰਗਾ ਸੰਤ ਹੋ ਸਕਦਾ ਹੈ। ਇਹਨਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ, ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਉਹਨਾਂ ਦਾ ਵਿਚਾਰ ਸੀ ਕਿ ਸਿਮਰਨ ਅਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੇ ਤੋਂ ਸਾਡਾ ਧਰਮ ਅਤੇ ਰਾਜਨੀਤੀ ਇੱਕ ਹੋਣਗੇ, ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ, ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਗਈ, ਜਿੱਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ 20 ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਂਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਹਨਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਹੋ ਗਈ, ਪਰ ਗੁਰੂ ਘਰ ਦੇ ਵਿਰੋਧੀਆਂ ਕੋ ਇਹ ਬਰਦਾਸ਼ਤ ਨਾ ਹੋਇਆ। ਉਹਨਾਂ ਨੇ ਗੁਰੂ ਸਾਹਿਬ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪੰਜਾਬ ਵਿੱਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਗਿਆ। ਜਿਸ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ, ਉੱਥੇ ਨਾਲ ਹੀ ਹਿੰਦੁਸਤਾਨ ਦੇ 52 ਰਾਜੇ ਵੀ ਕੈਦ ਸਨ। ਉਹਨਾਂ ਦੀ ਛੁੱਟਣ ਦੀ ਕੋਈ ਉਮੀਦ ਹੀ ਨਹੀਂ ਸੀ ਕਿਉਂਕਿ ਮੁਗਲ ਰਾਜ ਵਿੱਚ ਜਿਹੜਾ ਵੀ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ, ਮੁੜ ਭੁੱਲ ਜਾਂਦੇ ਸੀ ਉਸ ਨੂੰ, ਉੱਥੇ ਹੀ ਉਹ ਮਰ ਜਾਂਦਾ ਸੀ, ਬਾਹਰ ਨਹੀਂ ਸੀ ਕੱਢਦੇ। ਕੋਈ ਤਰੀਕਾ ਨਹੀਂ ਸੀ ਉਹਨਾਂ ਦੇ ਬਾਹਰ ਕੱਢਣ ਦਾ, ਕੋਈ ਕਾਨੂੰਨ ਨਹੀਂ ਸੀ। ਜਿਸ ਵਕਤ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ, ਉਸ ਵਕਤ ਸੰਜੋਗ ਨਾਲ ਜਹਾਂਗੀਰ ਵੀ ਬਿਮਾਰ ਪੈ ਗਿਆ। ਕਾਫੀ ਇਲਾਜ ਦੇ ਬਾਅਦ ਵੀ ਉਹ ਠੀਕ ਨਹੀਂ ਸੀ ਹੋ ਰਿਹਾ, ਤਾਂ ਉਸ ਬਾਦਸ਼ਾਹ ਦੇ ਕਾਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਲਈ ਬਿਮਾਰ ਪੈ ਗਿਆ ਹੈ ਕਿਉਂਕਿ ਉਸਨੇ ਇੱਕ ਸੱਚੇ ਗੁਰੂ ਨੂੰ ਕੈਦ ਕਰ ਲਿਆ ਹੈ। ਜੇਕਰ ਉਹ ਤੰਦਰੁਸਤ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ।
ਕਹਿੰਦੇ ਹਨ ਕਿ ਆਪਣੇ ਕਾਜੀ ਦੀ ਸਲਾਹ ਉੱਤੇ ਕੰਮ ਕਰਦੇ ਹੋਏ ਜਹਾਂਗੀਰ ਨੇ ਤੁਰੰਤ ਹੀ ਗੁਰੂ ਨੂੰ ਛੱਡਣ ਦਾ ਆਦੇਸ਼ ਜਾਰੀ ਕਰ ਦਿੱਤਾ ਅਤੇ ਨਾਲ ਇਹ ਵੀ ਹੁਕਮ ਕੀਤਾ ਕਿ ਉਹਨਾਂ ਨੂੰ ਰਿਹਾ ਕਰਕੇ ਮੇਰੇ ਕੋਲ ਲੈ ਆਓ। ਉਸ ਵੇਲੇ ਜੇਲ੍ਹ ਅੰਦਰ ਸਵੇਰੇ ਅਤੇ ਸ਼ਾਮ ਦੋਨੋਂ ਵਕਤ ਕੀਰਤਨ ਅਤੇ satsang ਹੁੰਦਾ ਸੀ। ਰਾਜੇ ਜਿਹੜੇ ਰੋਜ਼ ਬਚਨ ਸੁਣਦੇ ਸਨ, ਜਿਨ੍ਹਾਂ ਦੀਆਂ ਬੁੱਧੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਨਿਰਮਲ ਹੋ ਚੁੱਕੀਆਂ ਸਨ, ਪਿਆਰ ਕਰਦੇ ਸਨ ਗੁਰੂ ਸਾਹਿਬ ਨੂੰ। ਉਸ ਵੇਲੇ ਸਾਰਿਆਂ ਦੇ ਮਨ ਵਿੱਚ ਖੁਸ਼ੀ ਨਹੀਂ ਹੋਈ ਕਿ ਗੁਰੂ ਸਾਹਿਬ ਜੀ ਜਾ ਰਹੇ ਹਨ। ਗਮੀ ਹੋ ਗਈ ਉਹਨਾਂ ਨੂੰ, ਰੋਣ ਲੱਗ ਪਏ ਸਾਰੇ। ਗੁਰੂ ਮਹਾਰਾਜ ਨੇ ਫਰਮਾਇਆ, ਕੀ ਗੱਲ ਪਿਆਰਿਓ, ਤੁਸੀਂ ਕਿਉਂ ਰੋਂਦੇ ਹੋ? ਕਹਿਣ ਲੱਗੇ, ਸੱਚੇ ਪਾਤਸ਼ਾਹ, ਸੰਸਾਰ ਤਾਂ ਖੁਸ਼ੀਆਂ ਮਨਾਏਗਾ ਜਿਸ ਵਕਤ ਤੁਸੀਂ ਦਰਸ਼ਨ ਦਿਓਗੇ, ਪਰ ਸਾਡੇ ਤੇ ਹਨੇਰੀ ਰਾਤ ਛਾ ਜਾਣੀ ਹੈ। ਨਾ ਦਰਸ਼ਨ ਹੋਣੇ ਹਨ, ਨਾ ਹੀ ਸਾਨੂੰ ਕੋਈ ਛੁਡਾਵੇਗਾ। ਕਹਿੰਦੇ ਹਨ ਜਿਸ ਵੇਲੇ satsang ਹੁੰਦਾ ਸੀ ਉਸ ਤੋਂ ਬਾਅਦ ਪ੍ਰਸ਼ਾਦ ਵੀ ਛਕਾਇਆ ਜਾਂਦਾ ਸੀ। ਰਾਜੇ ਕਹਿਣ ਲੱਗੇ, ਹੁਣ ਤਾਂ ਸਾਨੂੰ ਪ੍ਰਸ਼ਾਦ ਵੀ ਨਸੀਬ ਨਹੀਂ ਹੋਣਾ। ਆਪ ਜੀ ਦੇ ਬਚਨ ਸੁਣ ਕੇ ਬੜਾ ਹੀ ਸੁੱਖ ਦਾ ਸਮਾਂ ਲੰਘਿਆ ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਸਾਡਾ ਜੀਵਨ ਸਫਲਾ ਹੋ ਗਿਆ ਹੈ ਪਾਤਸ਼ਾਹ, ਪਰ ਸਾਨੂੰ ਤਾਂ ਹੁਣ ਤੁਹਾਡੀ ਪਿੱਠ ਦੇਖ ਕੇ ਹੀ ਹਨੇਰਾ ਪੈ ਜਾਣਾ ਹੈ। ਉਸ ਵਕਤ ਜੋ ਗੁਰੂ ਮਹਾਰਾਜ ਨੂੰ ਲੈਣ ਵਾਸਤੇ ਆਏ ਸਨ, ਗੁਰੂ ਮਹਾਰਾਜ ਨੇ ਫਰਮਾਇਆ, ਅਸੀਂ ਤਾਂ ਬਾਹਰ ਨਹੀਂ ਜਾਣਾ, ਕਹਿ ਦਿਓ ਜਹਾਂਗੀਰ ਨੂੰ ਕਿ ਅਸੀਂ ਤਾਂ ਇੱਥੇ ਹੀ ਰਹਿਣਾ ਹੈ। ਜਵਾਬ ਦੇ ਦਿੱਤਾ। ਵਜ਼ੀਰ ਖਾਨ ਨੇ ਆਪਣੇ ਬਾਦਸ਼ਾਹ ਨੂੰ ਜਾ ਕੇ ਇਹ ਫਰਮਾਨ ਸੁਣਾਇਆ ਕਿ ਹਜੂਰ ਉਹ ਤਾਂ ਆ ਹੀ ਨਹੀਂ ਰਹੇ, ਪਤਾ ਨਹੀਂ ਕੀ ਕਾਰਨ ਬਣਿਆ ਹੈ। ਉਸ ਵਕਤ ਜਹਾਂਗੀਰ ਜੋ ਕਿ ਰੂਹਾਨੀ ਤੌਰ ਤੇ ਦਬ ਚੁੱਕਾ ਸੀ, ਕਿਉਂਕਿ ਮੀਆਂ ਮੀਰ, ਉਸਦੇ ਵਜ਼ੀਰ ਅਤੇ ਸਭ ਨੇ ਕਿਹਾ ਸੀ ਕਿ ਤੂੰ ਬੜਾ ਵੱਡਾ ਗੁਨਾਹ ਕੀਤਾ ਹੈ ਸਦਗਰਾਂ ਨੂੰ ਕੈਦ ਕਰਕੇ, ਅਤੇ ਜਦ ਤੱਕ ਤੂੰ ਰਿਹਾ ਨਹੀਂ ਕਰੇਗਾ ਤਦ ਤੱਕ ਤੂੰ ਠੀਕ ਵੀ ਨਹੀਂ ਹੋ ਸਕਦਾ। ਉਸ ਵਕਤ ਜਹਾਂਗੀਰ ਕਹਿਣ ਲੱਗਾ, ਕਿਸੇ ਕੀਮਤ ਤੇ ਵੀ ਜਾ ਕੇ ਉਹਨਾਂ ਨੂੰ ਬਾਹਰ ਲੈ ਕੇ ਆਓ, ਉਹ ਜੋ ਫਰਮਾਨ ਕਰਨਗੇ ਮੈਂ ਉਹ ਮੰਨਣ ਨੂੰ ਤਿਆਰ ਹਾਂ। ਜਹਾਂਗੀਰ ਦਾ ਇਹ ਫਰਮਾਨ ਜਦੋਂ ਗੁਰੂ ਪਾਤਸ਼ਾਹ ਨੇ ਸੁਣਿਆ ਤੇ ਉਹਨਾਂ ਨੇ ਫਰਮਾਇਆ, ਜਾਂ ਤੇ ਅਸੀਂ ਇਹਨਾਂ ਸਾਰੇ ਰਾਜਿਆਂ ਦੇ ਨਾਲ ਹੀ ਬਾਹਰ ਜਾਵਾਂਗੇ, ਨਹੀਂ ਤਾਂ ਅਸੀਂ ਬਾਹਰ ਹੀ ਨਹੀਂ ਜਾਣਾ। ਤਾਂ ਬਾਦਸ਼ਾਹ ਦਾ ਸੁਨੇਹਾ ਆਇਆ, ਸੱਚੇ ਪਾਤਸ਼ਾਹ, ਬੜੇ ਜਵਾਨ ਮਰੇ ਨੇ, ਇਹਨਾਂ ਦੇ ਵੀ ਤੇ ਸਾਡੇ ਵੀ, ਇਹਨਾਂ ਨੂੰ ਫੜ ਕੇ ਅਸੀਂ ਬੜੀ ਮੁਸ਼ਕਿਲ ਨਾਲ ਕੈਦ ਕਰਿਆ ਹੈ। ਸਾਡਾ ਰਾਜ ਨਹੀਂ ਚੱਲਣਾ ਜੇ ਇਹ ਬਾਹਰ ਆ ਗਏ, ਬਾਹਰ ਆ ਕੇ ਇਹ ਗੜਬੜ ਕਰਨਗੇ। ਪਰ ਜੇਕਰ ਤੁਸੀਂ ਇਹਨਾਂ ਦੀ ਜਾਮਨੀ ਦੇ ਦੇਵੋ ਫਿਰ ਅਸੀਂ ਇਹਨਾਂ ਨੂੰ ਛੱਡਣ ਵਾਸਤੇ ਸੋਚ ਸਕਦੇ ਹਾਂ। ਉਸ ਵੇਲੇ ਮਹਾਰਾਜ ਨੇ ਕਿਹਾ, ਠੀਕ ਹੈ, ਅਸੀਂ ਇਹਨਾਂ ਦੇ ਜਾਮਨ ਹਾਂ, ਇਹ ਬਾਹਰ ਜਾ ਕੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਕਰਨਗੇ, ਅਮਨ ਅਮਾਲ ਨਾਲ ਰਹਿਣਗੇ, ਆਪਣੀ ਰਿਆਇਤ ਨੂੰ ਠੀਕ ਤਰ੍ਹਾਂ ਨਾਲ ਸੰਭਣਗੇ। ਉਸ ਵੇਲੇ ਜਹਾਂਗੀਰ ਨੇ ਇਹ ਗੱਲ ਮੰਨ ਲਈ। ਕਹਿਣ ਲੱਗਾ, ਜਿੰਨੇ ਗੁਰੂ ਸਾਹਿਬ ਦੇ ਜਾਮੇ ਨੂੰ ਫੜ ਕੇ ਆ ਸਕਦੇ ਹਨ ਉਹ ਲੰਘ ਆਉਣ। ਗੁਰੂ ਜੀ ਦਾ ਹੱਥ ਵੇਖਦੇ ਹੋਏ ਜਹਾਂਗੀਰ ਸਾਰੇ ਰਾਜ ਨੂੰ ਛੱਡਣ ਨੂੰ ਤਿਆਰ ਤਾਂ ਹੋ ਗਿਆ, ਪਰ ਨਾਲ ਹੀ ਸ਼ਰਤ ਰੱਖੀ। ਉਸਦੀ ਸ਼ਰਤ ਸੀ ਕਿ ਕੈਦ ਵਿੱਚੋਂ ਗੁਰੂ ਜੀ ਦੇ ਨਾਲ ਸਿਰਫ ਉਹੀ ਰਾਜੇ ਬਾਹਰ ਆ ਸਕਣਗੇ ਜੋ ਸਿੱਧੇ ਗੁਰੂ ਜੀ ਦਾ ਕੋਈ ਅੰਗ ਜਾਂ ਕੱਪੜਾ ਫੜ ਕੇ ਆਉਣਗੇ। ਉਸਦੀ ਸੋਚ ਸੀ ਕਿ ਇਕੱਠੇ ਜ਼ਿਆਦਾ ਰਾਜੇ ਗੁਰੂ ਜੀ ਨੂੰ ਛੂਹ ਨਹੀਂ ਪਾਉਣਗੇ ਅਤੇ ਇਸ ਤਰ੍ਹਾਂ ਬਹੁਤ ਸਾਰੇ ਰਾਜੇ ਉਸਦੀ ਕੈਦ ਵਿੱਚ ਹੀ ਰਹਿ ਜਾਣਗੇ। ਜਹਾਂਗੀਰ ਦੀ ਚਲਾਕੀ ਨੂੰ ਵੇਖਦੇ ਹੋਏ ਗੁਰੂ ਮਹਾਰਾਜ ਨੇ ਹਰੀਦਾਸ, ਜੋ ਕਿ ਉੱਥੋਂ ਦਾ ਦਰੋਗਾ ਸੀ ਪਰ ਗੁਰੂ ਘਰ ਦਾ ਪ੍ਰੇਮੀ ਸੀ, ਉਸਨੂੰ ਕਿਹਾ ਕਿ ਇੱਥੇ 52 ਰਾਜੇ ਹਨ, ਸਾਡਾ 50 ਕਲੀਆਂ ਵਾਲਾ ਚੋਲਾ ਸਾਨੂੰ ਸਵਾ ਕੇ ਦੇ ਦਿੱਤਾ ਜਾਵੇ। 50 ਕਲੀਆਂ ਵਾਲਾ ਸਾਡਾ ਚੋਲਾ ਰਾਤ ਨੂੰ ਹੀ ਸਲਵਾ ਕੇ ਇੱਥੇ ਲਿਆ ਦਿੱਤਾ ਜਾਵੇ। ਚੋਲਾ ਲਿਆਂਦਾ ਗਿਆ, ਕਲੀਆਂ ਵੀ ਲੱਗ ਗਈਆਂ। ਹੁਣ 50 ਰਾਜਿਆਂ ਨੇ ਤਾਂ ਉਹ ਕਲੀਆਂ ਫੜ ਲਈਆਂ, 2 ਰਾਜਿਆਂ ਨੇ ਮਹਾਰਾਜ ਜੀ ਦਾ ਜਾਮਾ ਫੜ ਲਿਆ। ਹੁਕਮ ਇਹ ਸੀ ਕਿ ਤੁਹਾਡਾ ਜਾਮਾ ਫੜ ਕੇ ਜਿੰਨੇ ਨਿਕਲ ਸਕਦੇ ਹਨ ਨਿਕਲ ਆਉਣ। ਅਤੇ ਜਦੋਂ ਗੁਰੂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਉਂਦੇ ਹਨ, ਬੜੇ ਹੀ ਸ਼ਰਧਾਲੂ ਬਾਹਰ ਖੜੇ ਸਨ। ਕੀ ਦੇਖਦੇ ਹਨ? ਮਹਾਰਾਜ ਜੀ ਦੇ ਪਿੱਛੇ ਤਾਂ ਰਾਜਿਆਂ ਦਾ ਜਲੂਸ ਚੱਲਿਆ ਆ ਰਿਹਾ ਹੈ। ਉਸ ਵੇਲੇ ਜੈ ਜੈਕਾਰ ਹੋਣੀ ਸ਼ੁਰੂ ਹੋ ਗਈ। ਸਾਰੇ ਹਿੰਦੁਸਤਾਨ ਵਿੱਚ ਖਬਰ ਫੈਲ ਗਈ ਕਿ ਮਹਾਰਾਜ ਨੇ ਗਵਾਲੀਅਰ ਦਾ ਕਿਲਾ ਖਾਲੀ ਕਰਾ ਦਿੱਤਾ ਹੈ। ਸਾਰੇ ਰਾਜੇ ਜਿੰਨੇ ਬੰਦੀ ਸਨ ਸਾਰੇ ਛੁਡਾ ਲਏ ਹਨ, ਕਿਉਂਕਿ ਉਹ ਰਾਜਿਆਂ ਦੇ ਬੰਦ ਕਰਨ ਦਾ ਹੀ ਕਿਲਾ ਸੀ। ਉਹ 52 ਰਾਜੇ ਜਹਾਂਗੀਰ ਵੱਲੋਂ ਜੋ ਨਜ਼ਰਬੰਦ ਕੀਤੇ ਗਏ ਸਨ, ਉਹਨਾਂ ਨੂੰ ਗੁਰੂ ਮਹਾਰਾਜ ਨੇ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮ ਕਾਂਡਾਂ ਵਹਿਮਾਂ ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਾਇਆ ਸੀ। ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਜਹਾਂਗੀਰ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਅੰਮ੍ਰਿਤਸਰ ਪਰਤੇ ਤਾਂ ਪੂਰੇ ਗੁਰਦੁਆਰੇ ਵਿੱਚ ਦੀਵੇ ਜਗਾ ਕੇ ਗੁਰੂ ਜੀ ਦਾ ਸਵਾਗਤ ਕੀਤਾ ਗਿਆ। ਕੁਝ ਸਮੇਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮ ਕਾਂਡਾਂ ਵਹਿਮਾਂ ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਾਇਆ ਸੀ। ਇਸ ਲਈ ਸਾਰੇ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਕਿਰਤ, ਨਾਮ ਜਪ ਅਤੇ ਰਲ ਮਿਲ ਕੇ ਜਪ ਕਰਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਦੀਵਾਲੀ ਮਨਾਉਣ ਦਾ ਤਰੀਕਾ ਸਭ ਤੋਂ ਚੰਗਾ ਉਹਨਾਂ ਲੋਕਾਂ ਦਾ ਹੈ ਜਿਹੜੇ ਹਰੀ ਦਾ ਜਸ ਕਰਦੇ ਹਨ ਅਤੇ ਗੁਰੂ ਨੂੰ ਯਾਦ ਕਰਦੇ ਹਨ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।